Good afternoon, student. Class ninth, chapter number 1, civics. What is democracy? Why democracy? ਤੇ ਉਹਦੀ ਵੀਡੀਓ ਨੰਬਰ 3rd ਤੇ ਅੱਜ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਪੈਂਡਿੰਗ ਚੈਪਟਰ ਸਬ ਟੌਪਿਕ ਲੈਟਸ ਵੀ ਸਟਾਰਟ ਸਮਰੀ ਡੈਫੀਨੇਸ਼ਨ ਤੇ ਵੀਡੀਓ ਨੰਬਰ 3rd ਦੇ ਵਿੱਚ ਅੱਜ ਆਪਾਂ ਗੱਲ ਕਰਦੇ ਹਾਂ ਸਮਰੀ ਡੈਫੀਨੇਸ਼ਨ ਦੇ ਵਿੱਚ ਜਿਹੜੇ ਆਪਾਂ ਉੱਪਰ ਪੁਆਇੰਟਸ ਪੜ੍ਹੇ ਨੇ ਉਹਨਾਂ ਦੀ ਸਮਰੀ ਦੀ ਗੱਲ ਕਰਦੇ ਹਾਂ let's sum up the discussion so far we started with simple definition ਤੇ ਆਪਾਂ simple definition ਨਾਲ start ਕਰਦੇ ਹਾਂ democracy is a form of government in which rulers are elected by the people ਤੇ ਜਿਹੜੀ ਸਭ ਤੋਂ ਸਟਾਰਟ ਤੇ ਆਪਾਂ ਜਿਹੜੀ ਡੈਫੀਨੇਸ਼ਨ ਪੜ੍ਹੀ ਸੀ ਉਸੇ ਦੀ ਦੁਬਾਰਾ ਫਿਰ ਗੱਲ ਕਰਦੇ ਹਾਂ ਹੁਣ ਆਪਾਂ ਸਮ ਅਪ ਕਰਦੇ ਹਾਂ ਕਿ ਡੈਮੋਕ੍ਰੇਸੀ ਇੱਕ ਇਹੋ ਜਿਹੀ ਗਵਰਨਮੈਂਟ ਆ ਜਿਹਦੇ ਵਿੱਚ ਰੂਲਰ ਜਿਹੜਾ ਹੈਗਾ ਲੋਕਾਂ ਦੁਆਰਾ ਚੁਣਿਆ ਜਾਂਦਾ we found that this definition was not adequate unless we explained some of the key words used in it. ਅਸੀਂ ਜਾਣਦੇ ਹਾਂ ਕਿ ਡੈਫੀਨੇਸ਼ਨ ਚੰਗੀ ਤਰ੍ਹਾਂ ਉਹਨਾਂ ਗੱਲਾਂ ਨੂੰ ਕੰਪਲੀਟ ਨਹੀਂ ਕਰਦੀ ਪਰ ਫਿਰ ਵੀ ਅਸੀਂ ਕੁਝ ਕੀ ਪੁਆਇੰਟਸ ਪੜ੍ਹ ਚੁੱਕੇ ਹਾਂ ਉੱਪਰ ਕਿ ਕਿਹੜੀਆਂ ਹੋਰ ਗੱਲਾਂ ਲਾਜ਼ਮੀ ਹੋਣੀਆਂ ਜ਼ਰੂਰੀ ਹੈ Through a series of examples, we worked out 4 features. ਤਾਂ ਆਪਾਂ ਐਗਜ਼ਾਮਪਲ ਦੇ 4 ਫੀਚਰਸ ਬਾਰੇ ਪੜ੍ਹਦੇ ਹਾਂ of democracy as a form of government ਵੀ ਕਿਹੋ ਜਿਹੀ ਟਾਈਪ ਦੀ ਸਰਕਾਰ ਹੋਣੀ ਚਾਹੀਦੀ ਹੈ ਡੈਮੋਕ੍ਰੇਸੀ ਅਕੋਰਡਿੰਗਲੀ ਡੈਮੋਕ੍ਰੇਸੀ ਇਜ਼ ਅ ਫਾਰਮ ਆਫ ਗਵਰਨਮੈਂਟ ਇਨ ਵਿਚ ਕਹਿੰਦਾ ਇਹੋ ਜਿਹੀ ਗਵਰਨਮੈਂਟ ਆ ਜਿਹਦੇ ਵਿੱਚ ਹੋਣਾ ਚਾਹੀਦਾ ਰੂਲਰ ਇਲੈਕਟਡ ਬਾਈ ਦਾ ਪੀਪਲ ਟੇਕ ਆਲ ਮੇਜਰ ਡਿਸੀਜ਼ਨ ਰੂਲਰ ਜਿਹੜੇ ਇਲੈਕਟ ਕੀਤੇ ਜਾਂਦੇ ਆ ਰੂਲਰ ਇਲੈਕਟਡ ਬਾਈ ਦਾ ਪੀਪਲ ਟੇਕ ਆਲ ਮੇਜਰ ਡਿਸੀਜ਼ਨ ਜਿਹੜੇ ਆਪਾਂ ਰੂਲਰਸ ਚੁਣਦੇ ਆ ਸਾਡੇ MLA MP ਪ੍ਰਧਾਨ ਮੰਤਰੀ ਚੀਫ ਮਿਨਿਸਟਰ ਆ CM ਸਾਡਾ ਸਾਰਿਆਂ ਕੋਲੇ ਜਿਹੜੇ ਹੈਗੇ ਆ ਡਿਸੀਜ਼ਨ ਲੈਣ ਦਾ ਰਾਈਟ ਉਹਨਾਂ ਦਾ ਆਪਣਾ ਆਪ ਦਾ ਹੋਣਾ ਚਾਹੀਦਾ ਇਲੈਕਸ਼ਨਸ ਆਫਰ ਏ ਚੋਇਸ ਐਂਡ ਫੇਅਰ ਓਪਰਚੁਨਿਟੀ ਟੂ ਦਾ ਪੀਪਲ ਟੂ ਚੇਂਜ ਦਾ ਕਰੰਟ ਰੂਲਰਸ ਤੇ ਲੋਕਾਂ ਕੋਲੇ ਆਪਸ਼ਨ ਹੋਣੀ ਚਾਹੀਦੀ ਹੈ ਕਿ ਜੇ ਉਹਨਾਂ ਦਾ ਕੋਈ ਲੀਡਰ ਕੰਮ ਨਹੀਂ ਕਰਦਾ ਤਾਂ ਆਉਣ ਵਾਲੇ ਟਾਈਮ 'ਤੇ ਉਹ ਉਹਨੂੰ ਚੇਂਜ ਕਰ ਸਕਣ This choice and opportunity is available to all people on an equal basis ਤੇ ਇਹ ਜਿਹੜਾ ਰਾਈਟ ਆ ਜਾਂ ਓਪਰਚੁਨਿਟੀ ਆ ਸਾਰੇ ਲੋਕਾਂ ਕੋਲ ਬਰਾਬਰ ਹੋਣੀ ਚਾਹੀਦੀ ਆ equal basis ਦੇ ਉੱਪਰ the exercise of this choice leads to a government limited by basic rule of the constitution and citizen right ਤਾਂ ਜਿਹੜੇ ਹੈਗੇ ਆ choice leads to government limited by the basic rule ਤਾਂ ਜਿਹੜੀ choice ਹੈ exercise ਹੁੰਦੀ ਆ ਕਿ ਜਿਹੜੇ ਹੈਗੇ ਆ ਉਹਨਾਂ ਦੇ ਗਵਰਨਮੈਂਟ ਦੇ ਨੂੰ ਲਿਮਿਟਡ ਕਰਤੀ ਆ ਕਾਹਦੇ ਦੁਆਰਾ ਕੰਸਟੀਟਿਊਸ਼ਨ ਦੁਆਰਾ ਅਤੇ ਸਿਟੀਜ਼ਨ ਦੇ ਰਾਈਟਸ ਦੁਆਰਾ ਕਹਿਣ ਦਾ ਮਤਲਬ ਕੀ ਆ ਕਿ ਜਿਹੜਾ ਸਾਡਾ ਰੂਲਰ ਆ ਉਹ ਜਿਹੜੀ ਜਾਂ ਰੂਲ ਕਰਨ ਵਾਲੀ ਸਰਕਾਰ ਆ ਉਹ ਲਿਮਿਟਡ ਹੋਣੀ ਚਾਹੀਦੀ ਆ ਕਾਹਦੇ ਦੁਆਰਾ ਸਾਡੇ ਸੰਵਿਧਾਨ ਦੁਆਰਾ ਅਤੇ ਸਾਡੇ ਲੋਕਾਂ ਦੇ ਪੋਲੀਟੀਕਲ ਰਾਈਟਸ ਦੁਆਰਾ ਤੁਹਾਡੇ ਨਾਲ ਇੱਕ ਨੋਟ ਇੱਧਰ ਦਿੱਤਾ ਹੋਇਆ ਤੁਸੀਂ ਪੜ੍ਹ ਸਕਦੇ ਹੋ ਸਟੂਡੈਂਟ ਖੁਦ Chinese government blocked free flow of information of the internet by placing restriction on popular websites like Google and Yahoo. The image of tanks and an armed student remind that a reader of another major event in recent Chinese history find about the event. ਇੱਕ ਤੁਹਾਡੇ ਲਈ ਇੱਕ ਉੱਪਰ ਪਿਕਚਰ ਦਿੱਤੀ ਹੋਈ ਆ ਅਸੀਂ ਇਹਨੂੰ ਸੀਨ ਕਰਦੇ ਹਾਂ ਕਿ ਚਾਈਨੀਜ਼ ਗਵਰਨਮੈਂਟ ਨੇ ਜਿਹੜੀਆਂ ਮੇਜਰ ਕੰਪਨੀਆਂ ਸੀ ਇਹਨਾਂ ਨੂੰ ਬੈਨ ਕਰਤਾ ਸੀਗਾ ਜਿਹੜੀਆਂ ਇਨਫੋਰਮੇਸ਼ਨ ਸਪਰੈਡ ਕਰਦੀਆਂ ਸੀ ਜਾਗਰੂਕਤਾ ਪੈਦਾ ਕਰਦੀਆਂ ਸੀਗੀਆਂ ਲੋਕਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਯਾਹੂ ਗੂਗਲ ਅਤੇ ਸਿਸਕੋ ਤਾਂ ਇਹ ਸਾਰੀਆਂ ਬੈਨ ਕਰਤੀਆਂ ਗਈਆਂ ਸੀਗੀਆਂ ਕਿ ਰੀਡਰ ਉਹਨੂੰ ਪੜ੍ਹ ਨਾ ਸਕਣ ਇਨਫੋਰਮੇਸ਼ਨ ਨਾ ਲੈ ਸਕਣ ਕਿਉਂਕਿ ਅੱਜ ਕੱਲ੍ਹ ਸਾਰੀ ਇਨਫੋਰਮੇਸ਼ਨ ਸਪਰੈਡ ਬਾਏ ਇੰਟਰਨੈਟ ਨੈਕਸਟ ਪੜ੍ਹਦੇ ਹਾਂ
साडा पॉइंट नंबर 1.3 सब टॉपिक वाई डेमोक्रेसी क्यों आ की जरूरत है कि होर टाइप की सरकार जी है गवर्नमेंट वधिया नहीं बना सकती। असी रीड करते हैं एन आर्गूमेंट broke out and Madam Lingdo class. She had finished teaching the previous section on what is democracy and asked the student if they thought democracy was the best form of government. Everyone had something to say. ਤਾਂ ਲੋਕ ਅਲੱਗ-ਅਲੱਗ ਉਹਦੇ ਬਾਰੇ ਆਪਣੇ ਜਿਹੜੇ ਵਿਚਾਰ ਪੇਸ਼ ਕਰਨਗੇ। ਤਾਂ ਨੀਚੇ ਇੱਕ ਡਿਸਕਸ਼ਨ ਦਿੱਤੀ ਹੋਈ ਆ ਸਟੂਡੈਂਟ ਯੂ ਵਿਲ ਰੀਡ ਬਾਈ ਯੋਰ ਸੈਲਫ ਓਨਲੀ ਡਿਬੇਟਿੰਗ ਮੈਰਿਟਸ ਆਫ ਡੈਮੋਕ੍ਰੇਸੀ। ਆਹ ਵਾਲੀ ਡਿਸਕਸ਼ਨ ਆ ਟੀਚਰ ਦੇ ਵਿੱਚ ਤੇ ਅਲੱਗ-ਅਲੱਗ ਸਟੂਡੈਂਟ ਦੀ ਡਿਸਕਸ਼ਨ ਆ। ਇਹ ਤੁਸੀਂ ਆਪਣੀ ਇਨਫੋਰਮੇਸ਼ਨ ਲਈ ਪੜ੍ਹ ਸਕਦੇ ਹੋ ਤੇ ਮੈਂ ਤੁਹਾਨੂੰ ਰੀਚ ਕਰ ਰਿਹਾ ਤੁਹਾਡਾ ਮੇਨ ਕੰਟੈਂਟ। ਜੋ ਸਟਾਰਟ ਹੁੰਦਾ ਹੈ ਪੇਜ ਨੰਬਰ 10 ਦੇ ਉੱਪਰੋਂ। ਮੈਡਮ ਲਿੰਗਦੋ ਵਾਜ਼ ਲਿਸਨਿੰਗ ਦਾ ਡਿਸਕਸ਼ਨ ਵਿਦ ਇੰਟਰਸਟ। ਮੈਡਮ ਲਿੰਗਦੋ ਆ ਜਿਹੜੀ ਡਿਸਕਸ਼ਨ ਹੋ ਰਹੀ ਹੈ ਸਟੂਡੈਂਟ ਦੇ ਵਿੱਚ ਬੜੇ ਇੰਟਰਸਟ ਨਾਲ ਉਹਨੂੰ ਸੁਣ ਰਹੀ ਹੈ। ਨਾਓ ਸ਼ੀ ਸਟੈਪਡ ਇਨ। I was delighted to see you all are arguing so passionately. ਤੁਸੀਂ word find ਕਰਨਾ it I was delighted word you will find passionately. I don't know who is right and who is wrong। ਉਹ ਕਹਿੰਦੀ ਉਹ ਇੰਟਰਫੇਅਰ ਕਰਦੀ ਮੈਡਮ ਕਹਿੰਦੀ ਮੈਂ ਖੁਸ਼ ਹੋਈ ਹਾਂ ਕਿ ਤੁਸੀਂ ਡਿਸਕਸ਼ਨ ਕਰ ਰਹੇ ਹੋ ਬੜੇ ਪੈਸ਼ਨੇਟ ਤਰੀਕੇ ਨਾਲ ਬਟ ਮੈਂ ਇਹ ਨਹੀਂ ਜਾਣਦੀ ਕੌਣ ਸਹੀ ਹੈ ਕੌਣ ਗਲਤ। ਦੈਟ ਇਜ਼ ਫਾਰ ਯੂ ਟੂ ਸੈਟਲ ਬਟ ਆਈ ਡਿਡ ਫੀਲ ਦੈਟ ਯੂ ਆਲ ਵਾਂਟਡ ਟੂ ਸਪੀਕ ਯੂਰ ਮਾਈਂਡ। ਯੂ ਮੇ ਹੈਵ ਫੈਲਟ ਵੈਰੀ ਬੈਡ ਇਫ ਸਮਨ ਟਰਾਈ ਟੂ ਸਟੋਪ ਯੂ ਔਰ ਸਮਨ ਪਨਿਸ਼ਡ ਯੂ ਫਾਰ ਸੇਇੰਗ ਵਟ ਯੂ ਫੈਲਟ। ਕਹਿੰਦੀ ਮੈਂ ਇਹ ਮਹਿਸੂਸ ਕਰਦੀ ਹਾਂ ਕਿ ਤੁਸੀਂ ਆਪਣੇ ਮਾਈਂਡ 'ਚੋਂ ਬੋਲ ਰਹੇ ਹੋ ਔਰ ਜੇ ਤੁਹਾਨੂੰ ਕੋਈ ਸਟੋਪ ਕਰਨ ਲਈ ਕਹੇ ਔਰ ਉਹਦੇ ਲਈ ਪਨਿਸ਼ਮੈਂਟ ਦੇਵੇ ਤਾਂ ਤੁਸੀਂ ਬਹੁਤ ਬੁਰਾ ਫੀਲ ਕਰੋਗੇ। ਵੁੱਡ ਯੂ ਬੀ ਏਬਲ ਟੂ ਡੂ ਦੈਟ ਇਨ ਕੰਟਰੀ ਦੈਟ ਇਜ਼ ਨਾਟ ਡੈਮੋਕ੍ਰੇਟਿਕ। ਜੇ ਤੁਸੀਂ ਆਪਣੀ ਕੰਟਰੀ ਵਿੱਚ ਨਹੀਂ ਕਰ ਸਕਦੇ ਇਟ ਮੀਨ ਤੁਹਾਡੀ ਕੰਟਰੀ ਡੈਮੋਕ੍ਰੇਟਿਕ ਨਹੀਂ। ਦੈਟ ਆ ਗੁੱਡ ਆਰਗੂਮੈਂਟ ਫਾਰ ਡੈਮੋਕ੍ਰੇਸੀ। ਅਤੇ ਡੈਮੋਕ੍ਰੇਸੀ ਲਈ ਬਹੁਤ ਵਧੀਆ ਇੱਕ ਆਰਗੂਮੈਂਟ ਹੈਗਾ। ਆਰਗੂਮੈਂਟ ਅਗੇਂਸਟ ਡੈਮੋਕ੍ਰੇਸੀ ਦੇ ਅਗੇਂਸਟ ਦੇ ਵਿੱਚ ਵੀ ਕੁਛ ਆਰਗੂਮੈਂਟਸ ਨੇ ਉਹਨਾਂ ਦੀ ਗੱਲ ਅੱਜ ਆਪਾਂ ਕਰਾਂਗੇ ਕਿ ਡੈਮੋਕ੍ਰੇਸੀ ਸਾਨੂੰ ਕਿਉਂ ਚਾਹੀਦੀ ਆ। ਐਂਡ ਇਹਦੇ ਆਪਾਂ ਪਹਿਲਾਂ ਫੇਵਰਿਜ਼ਮ ਪੜ੍ਹਿਆ ਹੁਣ ਆਪਾਂ ਇਹਦੇ ਅਗੇਂਸਟ ਪੜ੍ਹਾਂਗੇ ਕੀ ਇਹਦੇ ਡੀਮੈਰਿਟਸ ਹੋ ਸਕਦੀਆਂ ਨੇ। ਦਿਸ ਕਨਵਰਜਨ ਹੈਜ਼ ਮੋਸਟ ਆਫ ਦਾ ਆਰਗੂਮੈਂਟਸ ਹੈਵ ਵੀ ਰੂਟੀਨਲੀ ਹੀਅਰ ਅਗੇਂਸਟ ਡੈਮੋਕ੍ਰੇਸੀ। ਇਹ ਗੱਲਾਂ ਅਸੀਂ ਆਮ ਹੀ ਸੁਣੀਆਂ ਹੈਗੀਆਂ ਜਿਹੜੀਆਂ ਡੈਮੋਕ੍ਰੇਸੀ ਦੇ ਵਿਰੁੱਧ ਆ। ਲੈਟ ਅਸ ਗੋ ਓਵਰ ਸਮ ਆਫ ਦੀਜ਼ ਆਰਗੂਮੈਂਟ। ਲੀਡਰ ਕੀਪ ਚੇਂਜਿੰਗ ਇਨ ਏ ਡੈਮੋਕ੍ਰੇਸੀ ਦਿਸ ਲੀਡਸ ਟੂ ਇਨਸਟੇਬਿਲਿਟੀ। ਹੁਣ ਲੀਡਰਸ਼ਿਪ ਕਿਹੜੀ ਹੁੰਦੀ ਹੈ ਜਿਹੜੀ ਉਹ ਸਾਡੇ ਪ੍ਰਧਾਨ ਮੰਤਰੀ ਆ ਜਾਂ ਸਾਡਾ CM ਚੀਫ ਮਿਨਿਸਟਰ ਆਫ ਸਟੇਟ ਇਹ ਬਦਲਦੇ ਰਹਿੰਦੇ ਆ। ਇਹਦੇ ਨਾਲ ਸਟੇਟ ਦੇ ਵਿੱਚ ਜਿਹੜੀ ਹੈਗੀ ਇਨਸਟੇਬਿਲਿਟੀ ਆਉਂਦੀ ਹੈ ਜਦੋਂ ਕਿ ਡਿਕਟੇਟਰਸ਼ਿਪ ਦੇ ਵਿੱਚ ਕਈ ਵਾਰੀ ਜਿਹੜਾ ਮਿਲਟਰੀ ਡਿਕਟੇਟਰ ਆ 20 ਸਾਲ 15 ਸਾਲ ਤੱਕ ਜਿੰਨਾ ਟਾਈਮ ਉਹ ਜਿਉਂਦਾ ਰਹਿੰਦਾ ਉਹ ਆਪਣੀ ਪੋਜੀਸ਼ਨ 'ਤੇ ਬਣਿਆ ਰਹਿੰਦਾ। ਡੈਮੋਕ੍ਰੇਸੀ ਇਜ਼ ਆਲ ਅਬਾਊਟ ਪੋਲੀਟੀਕਲ ਕੰਪੀਟੀਸ਼ਨ ਐਂਡ ਪਾਵਰ ਆਫ ਪਲੇ ਦੇਅਰ ਇਜ਼ ਨੋ ਸਕੋਪ ਫਾਰ ਮੋਰੈਲਿਟੀ। ਉਹ ਕਹਿੰਦੇ ਇਹਦੇ 'ਚ ਉੱਚਮਤਾ ਨਹੀਂ ਹੁੰਦੀ ਗੀ। ਡੈਮੋਕ੍ਰੇਸੀ ਇੱਕ ਪੋਲੀਟੀਕਲ ਕੰਪੀਟੀਸ਼ਨ ਆ ਪਾਵਰ ਨੂੰ ਗੇਨ ਕਰਨ ਦਾ। ਲੋਕ ਅਨਫੇਅਰ ਮੀਨਸ ਨਾਲ ਵੀ ਟਰਾਈ ਕਰਦੇ ਆ ਅਤੇ ਉਹ ਕਿਸੇ ਨਾ ਤਰੀਕੇ ਨਾਲ ਜਿੱਤ ਜਾਣ ਔਰ ਜਿਹਦੇ ਹੱਥ 'ਚ ਪਾਵਰ ਆ ਜਾਂਦੀ ਹੈ ਫਿਰ ਉਹ ਮੋਰਲ ਨਹੀਂ ਰਹਿੰਦਾ ਮੋਰਲ ਵੈਲਿਊਜ਼ ਨਹੀਂ ਰਹਿੰਦੀਆਂ ਉਹਦੇ ਵਿੱਚ। ਸੋ ਮੈਨੀ ਪੀਪਲ ਹੈਵ ਟੂ ਬੀ ਕੰਸਲਟਡ ਇਨ ਡੈਮੋਕ੍ਰੇਸੀ ਦੈਟ ਇਟ ਇਜ਼ ਲੀਡਸ ਟੂ ਡਿਲੇ। ਹੁਣ ਡੈਮੋਕ੍ਰੇਸੀ ਦੇ ਵਿੱਚ ਡਿਲੇ ਵੀ ਹੈ ਜਿਵੇਂ ਸਾਡੇ ਦੇਸ਼ ਵਿੱਚ ਫੈਸਲੇ ਹੋਣ ਲੱਗੇ ਆ ਕਈ ਸਾਲ ਲੰਘ ਜਾਂਦੇ ਆ ਤਾਂ ਕਈ ਵਾਰੀ ਕੋਈ ਕਾਨੂੰਨ ਬਣਨ ਲੱਗਿਆ ਬਹੁਤ ਟਾਈਮ ਲੱਗ ਜਾਂਦਾ ਬਹੁਤ ਡਿਲੇ ਆ ਜਾਂਦਾ। ਇਲੈਕਟਡ ਲੀਡਰ ਡੋਂਟ ਨੋ ਦਾ ਬੈਸਟ ਇੰਟਰਸਟ ਆਫ ਦਾ ਪੀਪਲ। ਅਤੇ ਜਿਹੜੇ ਇਲੈਕਟਡ ਲੀਡਰ ਆ ਉਹ ਇਹ ਨਹੀਂ ਜਾਣਦੇ ਕਿ ਅਸਲ 'ਚ ਲੋਕਾਂ ਦਾ ਇੰਟਰਸਟ ਕੀ ਆ ਲੋਕ ਕੀ ਚਾਹੁੰਦੇ ਨੇ। ਇਟ ਲੀਡਸ ਟੂ ਬੈਡ ਡਿਸੀਜ਼ਨ। ਕਈ ਵਾਰੀ ਡਿਸੀਜ਼ਨ ਬੈਡ ਹੋ ਜਾਂਦੇ ਆ ਜਿਵੇਂ ਆਪਾਂ ਦੇਖ ਰਹੇ ਹਾਂ ਅੱਜ ਦਾ ਸਾਡਾ ਰੀਸੈਂਟ ਮਸਲਾ ਹੈਗਾ ਕਿਸਾਨਾਂ ਦੇ ਬਾਰੇ ਕਿ ਲੀਡਰ ਇਹ ਨਹੀਂ ਸੋਚ ਰਹੇ ਕਿ ਜਿਹੜੇ ਹੈਗੇ ਲੋਕ ਕੀ ਚਾਹੁੰਦੇ ਆ ਉਹਨਾਂ ਦਾ ਡਿਸੀਜ਼ਨ ਲੋਕਾਂ ਦੇ ਵਿਰੁੱਧ ਹੋ ਚੁੱਕਿਆ।
ਜੋ ਉਹਨਾਂ ਨੇ ਲਾਅ ਬਣਾਇਆ ਸੀ ਖੇਤੀਬਾੜੀ ਦੇ ਸੰਬੰਧ ਦੇ ਵਿੱਚ। ਡੈਮੋਕ੍ਰੇਸੀ ਲੀਡਸ ਟੂ ਕਰਪਸ਼ਨ ਫਾਰ ਇਟ ਇਜ਼ ਬੇਸਡ ਔਨ ਇਲੈਕਟਰਲ ਕੰਪੀਟੀਸ਼ਨ। ਕਈ ਵਾਰੀ ਕੰਪੀਟੀਸ਼ਨ ਆ ਜਾਂਦੀ ਹੈ, ਜਦੋਂ ਇਹ ਇਲੈਕਟਰਲ ਕੰਪੀਟੀਸ਼ਨ ਹੁੰਦਾ ਤਾਂ ਇਹ ਕਰਪਸ਼ਨ ਨੂੰ ਵੀ ਜਨਮ ਦਿੰਦੀ ਹੈ। ਆਰਡੀਨਰੀ ਪੀਪਲ ਡੋਂਟ ਨੋ ਵਟ ਇਜ਼ ਗੁੱਡ ਫਾਰ ਦੈਮ। ਦੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ, ਔਰ ਉਹਨਾਂ ਨੂੰ ਨਹੀਂ ਪਤਾ ਕਿ ਕਿਹੜਾ ਲੀਡਰ ਸਾਡੇ ਵਾਸਤੇ ਚੰਗਾ ਜਾਂ ਮਾੜਾ। ਕਈ ਵਾਰੀ ਵੈਸੇ ਵੀ ਉਹ ਪੈਸੇ ਦੇ ਲਾਲਚ ਵਿੱਚ ਆ ਕੇ ਵੋਟ ਪਾ ਦਿੰਦੇ ਆ। ਆਰ ਦੇयर ਸਮ ਅਦਰ ਆਰਗੂਮੈਂਟ ਅਗੇਂਸਟ ਡੈਮੋਕ੍ਰੇਸੀ ਦੈਟ ਯੂ ਕੈਨ ਥਿੰਕ ਆਫ। ਕੀ ਹੋਰ ਵੀ ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਡੈਮੋਕ੍ਰੇਸੀ ਦੇ ਅਗੇਂਸਟ ਲਿਖ ਸਕਦੇ ਹੋ। ਵਿਚ ਆਫ ਥੀਸ ਆਰਗੂਮੈਂਟ ਅਪਲਾਈਜ਼ ਮੇਨਲੀ ਟੂ ਡੈਮੋਕ੍ਰੇਸੀ। ਜਿਹੜੇ ਆਪਾਂ ਉੱਪਰ ਪੜ੍ਹੇ ਆ ਜਾਂ ਕੁਝ ਹੋਰ ਜਿਹੜੇ ਤੁਹਾਡੇ ਕੋਲ ਹੈ, ਕਿਹੜੇ ਜਿਹੜੇ ਹੈਗੇ ਆ ਅਪਲਾਈ ਹੁੰਦੇ ਆ ਮੇਨਲੀ ਡੈਮੋਕ੍ਰੇਸੀ 'ਤੇ। ਵਿਚ ਆਫ ਥੀਸ ਕੈਨ ਅਪਲਾਈ ਟੂ ਮਿਸਯੂਜ਼ ਆਫ ਐਨੀ ਫਾਰਮ ਆਫ ਗਵਰਨਮੈਂਟ। ਅਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਹੋਰ ਵੀ ਮਿਸਯੂਜ਼ ਕਰ ਸਕਦੀਆਂ ਦੇ ਐਨੀ ਫਾਰਮ ਆਫ ਗਵਰਨਮੈਂਟ ਦੇ ਵਿੱਚ। ਵਿਚ ਆਫ ਥੀਸ ਡੂ ਯੂ ਐਗਰੀ ਵਿਦ। ਕੀ ਤੁਸੀਂ ਇਸ ਚੀਜ਼ ਨਾਲ ਸਹਿਮਤ ਹੋ। ਕਲੀਅਰਲੀ ਡੈਮੋਕ੍ਰੇਸੀ ਇਜ਼ ਨਾਟ ਏ ਮੈਜੀਕਲ ਸੋਲਿਊਸ਼ਨ ਫॉर ਆਲ ਦਾ ਪ੍ਰੋਬਲਮਸ। ਹੁਣ ਮੇਨ ਗੱਲ ਤਾਂ ਇਹ ਆਉਂਦੇ ਆ ਕਿ ਲੋਕਾਂ ਦਾ ਵੀ ਸਹੀ ਹੋਣਾ ਬਹੁਤ ਜ਼ਰੂਰੀ ਆ, ਕਿਉਂਕਿ ਡੈਮੋਕ੍ਰੇਸੀ ਇੱਕ ਮੈਜੀਕਲ ਸੋਲਿਊਸ਼ਨ ਨਹੀਂ ਗਾ ਸਾਰੀ ਪ੍ਰੋਬਲਮ ਦਾ ਵੀ ਅਸੀਂ ਜਾਦੂ ਦੀ ਛੜੀ ਹਿਲਾਈ ਔਰ ਸਾਰਾ ਕੁਝ ਠੀਕ ਹੋ ਜੇ। ਲੋਕਾਂ ਨੂੰ ਆਪ ਵੀ ਬਦਲਣਾ ਪਵੇਗਾ। ਇਟ ਹੈਜ਼ ਨਾਟ ਐਂਡਡ ਪਾਵਰਟੀ ਇਨ ਅਵਰ ਕੰਟਰੀ। ਇਹਨੇ ਸਾਡੀ ਕੰਟਰੀ ਦੇ ਵਿੱਚ ਹਾਲੇ ਤੱਕ ਕੀ ਆ ਗਰੀਬੀ ਖਤਮ ਨਹੀਂ ਕੀਤੀ। ਐਂਡ ਅਦਰ ਪਾਰਟਸ ਆਫ ਦਾ ਵਰਲਡ। ਅਤੇ ਦੂਸਰੇ ਭਾਗਾਂ ਵਿੱਚ ਵੀ ਕਈਆਂ ਦੇ ਵਿੱਚ ਡੈਮੋਕ੍ਰੇਸੀ ਹੈਗੀ ਆ ਔਰ ਉੱਥੇ ਗਰੀਬੀ ਵੀ ਬਹੁਤ ਜ਼ਿਆਦਾ ਹੈ। ਡੈਮੋਕ੍ਰੇਸੀ ਐਜ਼ ਏ ਫਾਰਮ ਆਫ ਗਵਰਨਮੈਂਟ ਓਨਲੀ ਇੰਸ਼ੋਰ ਦੈਟ। ਕਹਿੰਦੇ ਡੈਮੋਕ੍ਰੇਸੀ ਇੱਕ ਸਿਰਫ ਇਹੋ ਜਿਹੀ ਸਰਕਾਰ ਹੈ ਜਿਹੜੀ ਇੰਸ਼ੋਰ ਕਰਦੀ ਹੈ, ਪੱਕਾ ਕਰਦੀ ਹੈ ਪੀਪਲ ਟੇਕ ਦੇਅਰ ਓਨ ਡਿਸੀਜ਼ਨ। ਕਿ ਲੋਕ ਆਪਣੇ ਜਿਹੜੇ ਫੈਸਲੇ ਉਹ ਆਪ ਲੈ ਸਕਦੇ ਆ। ਦਿਸ ਡਜ਼ ਨਾਟ ਗਰੰਟੀ ਦੈਟ ਦੀਅਰ ਡਿਸੀਜ਼ਨ ਵਿਲ ਬੀ ਗੁੱਡ। ਪਰ ਇਹ ਜ਼ਰੂਰੀ ਨਹੀਂ ਕਿ ਜਿਹੜਾ ਡਿਸੀਜ਼ਨ ਸਾਰੇ ਲੋਕਾਂ ਨੇ ਲਿਆ ਹੈ, ਜਾਂ ਜਿਵੇਂ ਬਹੁਤ ਵਾਰੀ ਦੇਖਦੇ ਹਾਂ ਕਿ ਭੀੜ ਦੁਆਰਾ ਜਿਹੜਾ ਲਿਆ ਗਿਆ ਡਿਸੀਜ਼ਨ ਸਹੀ ਨਹੀਂ ਹੁੰਦਾ। ਪੀਪਲ ਕੈਨ ਮੇਕ ਮਿਸਟੇਕਸ। ਲੋਕ ਗਲਤੀ ਕਰ ਸਕਦੇ ਆ। ਇਨਵੋਲਵਿੰਗ ਦਾ ਪੀਪਲ ਇਨ ਦੀ ਡਿਸੀਜ਼ਨ ਡਜ਼ ਲੀਡ ਟੂ ਡਿਲੇ ਇਨ ਡਿਸੀਜ਼ਨ ਮੇਕਿੰਗ। ਅਤੇ ਜਿਹੜੇ ਪੀਪਲ 'ਚ ਇਨਵੋਲਵ ਹੁੰਦੇ ਆ ਕਈ ਵਾਰੀ ਡਿਸੀਜ਼ਨ ਨੂੰ ਬਹੁਤ ਲੇਟ ਕਰ ਦਿੰਦੇ ਆ, ਡਿਲੇ ਲਿਆਉਂਦੇ ਉਸ ਡਿਸੀਜ਼ਨ ਦੇ ਵਿੱਚ। ਇਟ ਆਲਸੋ ਟਰੂ ਦੈਟ ਡੈਮੋਕ੍ਰੇਸੀ ਲੀਡਸ ਟੂ ਫਰੀਕੁਐਂਟ ਚੇਂਜ ਇਨ ਲੀਡਰਸ਼ਿਪ। ਇਹ ਵੀ ਟਰੂ ਆ ਕਿ ਡੈਮੋਕ੍ਰੇਸੀ ਲੀਡ ਕਰਦੀ ਆ ਫਰੀਕੁਐਂਟ ਚੇਂਜ ਇਨ ਲੀਡਰਸ਼ਿਪ। ਲੀਡਰਸ਼ਿਪ ਦੇ ਵਿੱਚ ਵੀ ਚੇਂਜ ਹੋ ਜਾਂਦੀ ਆ, ਚੇਂਜ ਕਰਤਾ ਜਾਂਦਾ। ਕਈ ਵਾਰੀ ਇੱਕ ਡਿਪਾਰਟਮੈਂਟ ਕਿਸੇ ਦੂਸਰੇ MLA ਜਾਂ MP ਨੂੰ ਦੇ ਦਿੱਤਾ ਜਾਂਦਾ, ਤਾਂ ਇਹਦੇ ਨਾਲ ਫਰੀਕੁਐਂਟ ਚੇਂਜ ਆ ਜਾਂਦੀ ਹੈ। ਸਮਟਾਈਮ ਦਿਸ ਕੈਨ ਸੈੱਟ ਬੈਕ ਬਿਗ ਡਿਸੀਜ਼ਨ। ਅਤੇ ਇਹ ਬਿਗ ਡਿਸੀਜ਼ਨ ਦਾ ਸੈੱਟਬੈਕ ਹੈ। ਐਂਡ ਅਫੈਕਟ ਦਾ ਗਵਰਨਮੈਂਟਸ ਐਫੀਸ਼ੀਐਂਸੀ। ਔਰ ਗਵਰਨਮੈਂਟ ਦੀ ਐਫੀਸ਼ੀਐਂਸੀ ਦੇ ਉੱਪਰ ਅਸਰ ਪਾਉਂਦੀ ਹੈ। ਦੀਜ਼ ਆਰਗੂਮੈਂਟ ਸ਼ੋ ਦੈਟ। ਇਹ ਸਾਰੇ ਆਰਗੂਮੈਂਟ ਸ਼ੋ ਕਰਦੇ ਆ ਕਿ ਡੈਮੋਕ੍ਰੇਸੀ ਆਫ ਦਾ ਕਾਈਂਡ ਵੀ ਸੀ ਮੇ ਨਾਟ ਬੀ ਅ ਆਈਡਲ ਫਾਰਮ ਆਫ ਗਵਰਨਮੈਂਟ। ਕਈ ਲੋਕ ਮੰਨਦੇ ਆ ਕਿ ਇੱਕ ਆਈਡਲ ਫਾਰਮ ਆਫ ਗਵਰਨਮੈਂਟ ਨਹੀਂ ਗਾ। ਕਈ ਵਾਰੀ ਜਿਵੇਂ ਇੰਡੀਅਨ ਡੈਮੋਕ੍ਰੇਸੀ ਇਹਦੇ ਵਿੱਚ ਜ਼ਿਆਦਾ ਐਕਸੈਸਿਵ ਜੇ ਡੈਮੋਕ੍ਰੇਸੀ ਕਹਿ ਸਕਦੇ ਹਾਂ, ਜ਼ਿਆਦਾ ਖੁੱਲ੍ਹ ਹੈਗੀ ਲੋਕਾਂ ਨੂੰ। ਇਸ ਕਰਕੇ ਕਈ ਵਾਰੀ ਗਵਰਨਮੈਂਟ ਵੀ ਫੇਲ ਹੋ ਜਾਂਦੀ ਕਿਸੇ ਟਾਈਮ ਦੇ ਉੱਪਰ ਆ ਕੇ। ਬਟ ਦੈਟ ਇਟ ਇਜ਼ ਨਾਟ ਅ ਕੁਐਸਚਨ ਵੀ ਫੇਸ ਇਨ ਰੀਅਲ ਲਾਈਫ। ਬਟ ਇਹ ਆਪਾਂ ਕਹਿੰਦੇ ਪ੍ਰਸ਼ਨ ਇਸ ਚੀਜ਼ ਦਾ ਨਹੀਂ ਕਿ ਅਸੀਂ ਰੀਅਲ ਲਾਈਫ 'ਚ ਕੀ ਫੀਲ ਕਰਦੇ ਹਾਂ। ਦੈਟ ਰੀਅਲ ਕੁਐਸਚਨ ਵੀ ਫੇਸ ਇਜ਼ ਡਿਫਰੈਂਟ। ਇਜ਼ ਡੈਮੋਕ੍ਰੇਸੀ ਬੈਟਰ ਦੈਨ ਅਦਰ ਫਾਰਮ ਆਫ ਗਵਰਨਮੈਂਟ। ਬਟ ਬਹੁਤ ਸਾਰੇ ਲੋਕ ਇਹ ਮੰਨਦੇ ਆ ਕਿ ਜਿਹੜੀ ਡੈਮੋਕ੍ਰੇਸੀ ਆ ਦੂਸਰੇ ਫਾਰਮ ਆਫ ਗਵਰਨਮੈਂਟ ਨਾਲੋਂ ਬੈਟਰ ਆ। ਦੈਟ ਆਰ ਦੇਅਰ ਫਾਰ ਅਸ ਟੂ ਚੂਜ਼ ਫਰੋਮ। ਸਾਨੂੰ ਚੁਣਨ ਦਾ ਅਧਿਕਾਰ ਦਿੰਦੀ ਹੈ, ਸਾਡੇ ਤੋਂ ਚੁਣੀ ਜਾਂਦੀ ਹੈ। ਆਰਗੂਮੈਂਟ ਫਾਰ ਡੈਮੋਕ੍ਰੇਸੀ। ਅਤੇ ਹੁਣ ਡੈਮੋਕ੍ਰੇਸੀ ਦੇ ਫੇਵਰ ਦੇ ਵਿੱਚ ਆਰਗੂਮੈਂਟ ਨੇ ਕੁਛ ਆਪਾਂ ਦਲੀਲਾਂ ਦਿੰਦੇ ਹਾਂ ਕਿ ਚਾਈਨਾ ਫਮਾਈਨ 1958-60 to 1960 was the worst recorded famine in the world history। ਇੱਕ ਭੁੱਖਮਰੀ ਆਈ ਸੀ ਚਾਈਨਾ ਦੇ ਵਿੱਚ 58 ਤੋਂ ਲੈ ਕੇ 1961 ਦੇ ਵਿੱਚ। ਨੀਅਰਲੀ 3 ਕਰੋੜ ਪੀਪਲ ਡਾਈਡ ਇਨ ਦਿਸ ਫਮਾਈਨ। ਅਤੇ ਇਸ ਫਮਾਈਨ ਦੇ ਵਿੱਚ ਭੁੱਖਮਰੀ ਦੇ ਵਿੱਚ ਇੰਨੇ 3 ਕਰੋੜ ਪੀਪਲ 3 ਕਰੋੜ ਪੀਪਲ ਜਿਹੜੇ ਮਾਰੇ ਗਏ ਸੀਗੇ ਡਿਊਰਿੰਗ ਦੋਜ਼ ਡੇਜ਼। ਉਹਨਾਂ ਦਿਨਾਂ 'ਚ ਇੰਡੀਆ ਇਕਨੋਮਿਕ ਕੰਡੀਸ਼ਨ ਵਾਜ਼ ਨਾਟ ਮੱਚ ਬੈਟਰ ਦੈਨ ਚਾਈਨਾ। ਉਸ ਸਮੇਂ 'ਤੇ ਜਿਹੜੀ ਇੰਡੀਆ ਦੀ ਕੰਡੀਸ਼ਨ ਚਾਈਨਾ ਨਾਲੋਂ ਕੋਈ ਬਾਹਲੀ ਵਧੀਆ ਨਹੀਂ ਸੀ। ਬਟ
Yet India did not have a famine of the kind China had। ਤੇ ਫਿਰ ਵੀ ਆਪਣੇ ਦੇਸ਼ ਵਿੱਚ ਕਦੇ ਵੀ ਇੱਦਾਂ ਦਾ ਕੋਈ ਫੈਮਾਈਨ ਨਹੀਂ ਆਇਆ ਜਿੱਦਾਂ ਚਾਈਨਾ ਦੇ ਵਿੱਚ ਆਇਆ ਸੀ। ਇਕਨੋਮਿਸਟ ਥਿੰਕ। ਨੈਕਸਟ ਪੇਜ ਉੱਪਰ ਪੜ੍ਹਦੇ ਹਾਂ ਤੋਂ ਪਹਿਲਾਂ ਇੱਕ ਕਾਰਟੂਨ ਦੇਖਦੇ ਹਾਂ ਅਸੀਂ। ਇਹ ਕਿੱਥੋਂ ਦੀ ਐਗਜ਼ਾਮਪਲ ਹੈ? ਬ੍ਰਾਜ਼ੀਲ ਦੀ ਐਗਜ਼ਾਮਪਲ ਹੈ। ਇਹਦੇ ਵਿੱਚ ਆਫਿਸਰ ਕੀ ਕਰ ਰਿਹਾ ਥੋੜ੍ਹਾ ਪੜ੍ਹਦੇ ਹਾਂ। ਰੀਡ ਦਾ ਕਾਰਟੂਨ। The cartoon is a form of Brazil, a country that has a long experience of dictatorship। जिससे dictatorship सीगी। It is entitled The Hidden Side of Dictatorship। Which hidden sides does the cartoon depict? Is it necessary for every dictatorship to have a hidden side? If possible, find this out about the dictator, including Pinchot's child, Jaselki in Poland, सैनी बचा इन नाइजीरिया एंड फर्डिनैंड मैक्रोज इन द फिलीपीनस। देख सकते हैं कि कुछ नैगेटिव इफैक्ट बारे शो किया गया है मिलिटरी डिकटेटर बारे। जिदा ये शो कर रहा है कि वो जी हैगी मिलिटरी डिकटेटर के दौरान लोगों दी हड्डियां जोड़े कोट दे विच पाईयां गईयां ते एक नैगेटिव इफैक्ट है इस चीज़ का। तो नैक्सट आप पढ़ते हैं that this was a result of different government policies in two countries। तो हुण आप देखते हैं कि दो कंट्रीज़ का कंपैरिजन किया गया सीगा उन्हां दे रिजल्ट किदां दे आए कि उन्हां दे भुखमरी हो गई सी। साडे देश विच भुखमरी उस टाइम ते नहीं हुई सी क्योंकि साडे देश की पॉलिसी होर तरह दी सी। The existence of democracy in India made the Indian government respond to food scarcity in the way that the Chinese government did not। ਹੁਣ ਚਾਈਨਾ ਦੇ ਵਿੱਚ ਫੂਡ ਸਕਾਰਸਿਟੀ ਨੂੰ ਹੈਂਡਲ ਕਰਨ ਲਈ ਉਹਨਾਂ ਦੀ ਸਰਕਾਰ ਨੇ ਕੋਈ ਰਿਸਪੌਂਡ ਨਹੀਂ ਦਿੱਤਾ, ਉੱਤਰ ਨਹੀਂ ਦਿੱਤਾ, ਪਰ ਇੰਡੀਅਨ ਗੌਰਮੈਂਟ ਨੇ ਦਿੱਤਾ ਕਿਉਂਕਿ ਇੰਡੀਅਨ ਡੈਮੋਕ੍ਰੇਸੀ ਦੇ ਵਿੱਚ ਹਰੇਕ ਸਟੇਟ ਦੇ ਵਿੱਚ ਔਰ ਹਰੇਕ ਡਿਸਟ੍ਰਿਕਟ ਦੇ ਵਿੱਚ ਐਂਡ ਹਰੇਕ ਡਿਸਟ੍ਰਿਕਟ ਦੇ ਵਿੱਚ ਅੱਗੇ ਹਰੇਕ ਤਹਿਸੀਲ ਦੇ ਵਿੱਚ ਫੂਡ ਸਪਲਾਈ ਦਫ਼ਤਰ ਬਣਾਏ ਗਏ ਆ। ਉੱਥੇ ਫੂਡ ਸਪਲਾਈ ਦੇ ਆਫਿਸ ਦੇ ਵਿੱਚ ਇੰਨਾ ਕੁ ਅੰਨ ਭੰਡਾਰ ਸਟੋਰ ਕੀਤਾ ਜਾਂਦਾ कि देश के उपर कोई भी प्रॉब्लम आउण दी, चाहे वह जंग की होवे, चाहे भुखमरी की होवे, हड़ की फ्लड की प्रॉब्लम होवे, उस दौरान वो 3 मंथ तो लैके 6 मंथ तक का जोड़ा फूड ग्रेन लोगों को प्रोवाइड करवा सकन। क्योंकि इदू पहला बहुत बारी जो इंडिया के लिए आफत आउंदियां रही उन्होंने करके फूड ग्रेन नूं सिक्योर बनाया गया हरेक तहसील दे विच। The point out that no large-scale famine has ever taken place in an independent and democratic country। The point out that there no large famine has ever taken place in an independent and democratic country। The point ये इत्थे आ कि इदू पहला कोई डेमोक्रेटिक कंट्री ਦੇ ਵਿੱਚ इदां ਦਾ कुछ नहीं वापरिया ਜਦੋਂ कि चाइना ਦੇ ਵਿੱਚ वापरिਆ। The China too had multi-party elections। If China multi-party election ਹੁੰਦਾ ਤਾਂ an opposition party and press free to criticize the government। criticize word ਬੱਚੇ ਤੁਸੀਂ find ਕਰਨਾ ਤਾਂ ਫਿਰ opposition party ਨੇ ਕੀ ਕਰਨਾ ਸੀਗਾ ਕਿ ਵਿਰੋਧ ਕਰਨਾ ਸੀਗਾ ਗਵਰਨਮੈਂਟ ਦਾ ਜਿਹਨੇ ਲੋਕਾਂ ਨੂੰ ਮਰਨ ਦਿੱਤਾ, ਉਹਨਾਂ ਨੂੰ ਫੂਡ ਗ੍ਰੇਨ ਪ੍ਰੋਵਾਈਡ ਨਹੀਂ ਕਰਾਇਆ। ਜੇ ਉੱਥੇ ਮਲਟੀ ਪਾਰਟੀ ਸਿਸਟਮ ਹੁੰਦਾ then so many people may not have died in the famine। ਤੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਭੁੱਖਮਰੀ ਦੇ ਵਿੱਚ ਨਾ ਮਰਦੇ। This example brings out one of the reason why democracy is considered the best form of government। ਤਾਂ ਇਹ ਐਗਜ਼ਾਮਪਲ ਸਾਨੂੰ ਸ਼ੋ ਕਰਦੀ ਹੈ ਕਿ ਆਪਾਂ ਵਿਚਾਰ ਕਰਦੇ ਹਾਂ ਕਿ ਕਿਉਂ ਜਿਹੜੀ ਡੈਮੋਕ੍ਰੇਸੀ ਆ ਸਾਡੇ ਲਈ ਬਹੁਤ ਬੈਸਟ ਫਾਰਮ ਆਫ ਗਵਰਨਮੈਂਟ ਆ ਐਜ਼ ਕੰਪੇਅਰ ਟੂ ਦਾ ਚਾਈਨੀਜ਼ ਕਮਿਊਨਿਸਟ ਗਵਰਨਮੈਂਟ। Democracy is better than any other form of government in responding to the needs of the people। ਤਾਂ ਲੋਕਾਂ ਦਾ ਧਿਆਨ ਰੱਖਣ ਦੇ ਮਾਮਲੇ ਵਿੱਚ ਜਿਹੜੀ ਇੰਡੀਅਨ ਜਿਹੜੀ ਡੈਮੋਕ੍ਰੇਟਿਕ ਗਵਰਨਮੈਂਟ ਆ ਬਹੁਤ ਵਧੀਆ ਹੁੰਦੀ ਆ ਕਿਉਂਕਿ ਉਹਨਾਂ ਨੂੰ ਹਰ ਮਸਲੇ ਉੱਪਰ ਅਕਾਊਂਟੇਬਲ ਹੋਣਾ ਪੈਂਦਾ ਲੋਕਾਂ ਲਈ। A non-democratic government may and can respond to the people needs but it all depends on the wishes of the people who rule। If the ruler don't want they don't have to act according to wishes of the people। ਤਾਂ ਜਿਹੜੀ ਆਪਾਂ ਇੱਥੇ ਪੜ੍ਹਦੇ ਹਾਂ ਜਿਹੜੀ ਹੁਣ ਨੋਨ ਡੈਮੋਕ੍ਰੇਟਿਕ ਗਵਰਨਮੈਂਟ ਆ ਉਹ ਲੋਕਾਂ ਦਾ ਖਿਆਲ ਤਾਂ ਰੱਖਦੀ ਆ ਪਰ ਇਹ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਜਿਹੜਾ ਰੂਲਰ ਹੁੰਦਾ ਉਹਦੇ ਵਿਸ਼ ਦੇ ਉੱਪਰ
ਜੇ ਰੂਲਰ ਨਹੀਂ ਚਾਹੁੰਦਾ ਲੋਕਾਂ ਦਾ ਜਿਹੜਾ ਹੈਗਾ ਭਲਾ ਕਰਨਾ, ਤਾਂ ਫਿਰ ਜਿਹੜਾ ਹੈਗਾ ਸਾਰੀ ਜਿਹੜੀ ਹੈਗੀ ਡਿਸੀਜਨ ਮੇਕਿੰਗ ਦੀ ਪਾਵਰ ਇੱਕ ਰੂਲਰ ਦੇ ਉੱਪਰ ਖੜੀ ਹੁੰਦੀ ਹੈ, ਜਿਸ ਤਰ੍ਹਾਂ ਡਿਕਟੇਟਰ ਦੇ ਉੱਪਰ ਜਾਂ ਮਨਾਰਕ ਦੇ ਉੱਪਰ ਨਾਨ ਡੈਮੋਕ੍ਰੇਟਿਕ ਕੰਟਰੀਆਂ ਦੇ ਵਿੱਚ। ਵਿਸ਼ਿਸ਼ ਅਕੋਰਡਿੰਗ ਟੂ ਦਾ ਵਿਸ਼ਿਸ਼ ਆਫ ਦਾ ਪੀਪਲ, they don't have a act according to the wishes of the people, ਤੇ ਲੋਕਾਂ ਦੇ ਵਿਸ਼ੇਸ ਦੇ ਆਧਾਰ 'ਤੇ ਕੰਮ ਨਹੀਂ ਕਰਦੇ। ਡੈਮੋਕ੍ਰੇਸੀ ਰਿਕੁਆਇਰ ਦੈਟ ਰੂਲਰ ਹੈਵ ਟੂ ਟੈਂਡ ਦਾ ਨੀਡਸ ਆਫ ਦਾ ਪੀਪਲ। ਡੈਮੋਕ੍ਰੇਸੀ ਰਿਕੁਆਇਰ ਕਰਦੀ ਹੈ ਕਿ ਰੂਲਰ ਨੂੰ ਧਿਆਨ ਅਟੈਂਡ ਕਰਨਾ ਚਾਹੀਦਾ, ਲੋਕਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਚਾਹੀਦਾ। ਤਾਂ ਆਪਣੇ ਕੋਲ ਇੱਕ ਪੁਆਇੰਟ ਸਾਹਮਣੇ ਨਿਕਲ ਕੇ ਕੀ ਆਉਂਦਾ ਹੈਗਾ ਕਿ ਡੈਮੋਕ੍ਰੇਟਿਕ ਗਵਰਨਮੈਂਟ ਇਜ਼ ਅ ਬੈਟਰ ਗਵਰਨਮੈਂਟ ਬਿਕੋਜ਼ ਇਟ ਇਜ਼ ਏ ਮੋਰ ਅਕਾਊਂਟੇਬਲ ਫਾਰਮ ਆਫ ਗਵਰਨਮੈਂਟ। ਹੁਣ ਆਪਾਂ ਤੇ ਕਹਿ ਸਕਦੇ ਹਾਂ ਕਿ ਜਿਹੜੀ ਡੈਮੋਕ੍ਰੇਟਿਕ ਗਵਰਨਮੈਂਟ ਆ ਉਹ ਬੈਟਰ ਗਵਰਨਮੈਂਟ ਆ, ਕਿਉਂਕਿ ਇਹ ਮੋਰ ਅਕਾਊਂਟੇਬਲ ਹੁੰਦੀ ਆ ਦੂਸਰੀ ਗਵਰਨਮੈਂਟ ਦੇ ਨਾਲ। ਅਕਾਊਂਟੇਬਲ ਦਾ ਮੀਨਿੰਗ ਹੁੰਦਾ ਤੁਸੀਂ ਫਾਈਂਡ ਕਰਨਾ ਵੈਸੇ ਕਿਸੇ ਪ੍ਰਤੀ ਅਨਸਟੇਬਲ ਹੋਣਾ। There is another reason why democracy should lead to better decision। ਤਾਂ ਆਪਾਂ ਇੱਥੇ ਇੱਕ ਹੋਰ ਰੀਜ਼ਨ ਲੱਭਦੇ ਹਾਂ ਕਿ there is another reason why democracy should lead to better decision than any other democratic government। ਤਾਂ ਇੱਕ ਸਾਡੇ ਕੋਲ ਇੱਕ ਹੋਰ ਰੀਜ਼ਨ ਆ ਕਿ ਅਸੀਂ ਡੈਮੋਕ੍ਰੇਸੀ ਨੂੰ ਕਿਉਂ ਕਹਿੰਦੇ ਕਿ ਬੈਟਰ ਡਿਸੀਜ਼ਨ ਲੈ ਸਕਦੀ ਹੈ ਨਾਨ ਡੈਮੋਕ੍ਰੇਟਿਕ ਸਰਕਾਰ ਦੇ ਨਾਲੋਂ। ਡੈਮੋਕ੍ਰੇਸੀ ਇਜ਼ ਬੇਸਡ ਔਨ ਕੰਸਲਟੇਸ਼ਨ ਐਂਡ ਡਿਸਕਸ਼ਨ। ਜਿਹੜੀ ਡੈਮੋਕ੍ਰੇਸੀ ਆ ਉਹਦੇ ਵਿੱਚ ਕਿਸੇ ਵੀ ਮੁੱਦੇ ਉੱਪਰ ਵਿਚਾਰ ਚਰਚਾ ਹੁੰਦੀ ਆ ਅਤੇ ਡਿਸਕਸ਼ਨ ਹੁੰਦੀ ਆ, ਕੰਸਲਟੇਸ਼ਨ ਹੁੰਦੀ ਆ, ਡਿਸਕਸ਼ਨ ਹੁੰਦੀ ਹੈ। ਆ ਡੈਮੋਕ੍ਰੇਟਿਕ ਡਿਸੀਜਨ ਆਲਵੇਜ਼ ਇਨਵੋਲਵ ਹੈ ਮੈਨੀ ਪਰਸਨ ਡਿਸਕਸ਼ਨ ਐਂਡ ਮੀਟਿੰਗਸ। ਬਹੁਤ ਸਾਰੇ ਉਹ 'ਚ ਲੋਕ ਸ਼ਾਮਲ ਹੁੰਦੇ ਆ, ਡਿਸਕਸ਼ਨ ਬਹੁਤ ਸਾਰੀ ਹੁੰਦੀ ਹੈ, ਮੀਟਿੰਗਸ ਹੁੰਦੀਆਂ। ਵੈਨ ਏ ਨੰਬਰ ਆਫ ਪੀਪਲ ਪੁੱਟ ਦੇਅਰ ਹੈਡ ਟੂਗੈਦਰ, ਅਤੇ ਜਦੋਂ ਬਹੁਤ ਸਾਰੇ ਲੋਕ ਇਕੱਠੇ ਆਪਣੇ ਬੈਠਣਗੇ ਆਪਣੇ ਸਿਰ ਜੋੜ ਕੇ, ਦੇ ਆਰ ਏਬਲ ਟੂ ਪੁਆਇੰਟ ਆਊਟ ਪੋਸੀਬਲ ਮਿਸਟੇਕਸ ਇਨ ਐਨੀ ਡਿਸੀਜ਼ਨ। ਤਾਂ ਉਹ ਬਹੁਤ ਸਾਰੀਆਂ ਜਿਹੜੀਆਂ ਪੋਸੀਬਲ ਮਿਸਟੇਕਸ ਆ ਉਹਨੂੰ ਦੂਰ ਕਰਨ ਦੀ ਸਮਰੱਥਾ ਰੱਖਦੇ ਆ। ਦਿਸ ਟੇਕ ਟਾਈਮ, ਇਹ ਟਾਈਮ ਜ਼ਰੂਰ ਲੱਗਦਾ, ਬਟ ਦੇਰ ਇਜ਼ ਏ ਬਿਗ ਐਡਵਾਂਟੇਜ ਟੇਕਿੰਗ ਟਾਈਮ ਓਵਰ ਇੰਪੋਰਟੈਂਟ ਡਿਸੀਜ਼ਨ। ਤਾਂ ਇਹਦੀ ਇੱਕ ਐਡਵਾਂਟੇਜ ਵੀ ਸਾਨੂੰ ਫਾਇਦਾ ਵੀ ਮਿਲਦਾ ਕਿ ਡਿਸੀਜ਼ਨ ਜਿਹੜੇ ਹੈਗੇ ਬਹੁਤ ਜਿਹੜੇ ਹੈਗੇ ਪਿਓਰ ਰੂਪ 'ਚ ਸਾਡੇ ਸਾਹਮਣੇ ਆਉਂਦੇ ਆ, ਬਹੁਤ ਕੰਸਲਟੇਸ਼ਨ ਤੋਂ ਬਾਅਦ ਕਿ ਆਹ ਹੋਣਾ ਚਾਹੀਦਾ ਜਾਂ ਆਹ ਨਹੀਂ ਹੋਣਾ ਚਾਹੀਦਾ। ਦਿਸ ਰਿਡਿਊਸ ਦਾ ਚਾਂਸ ਆਫ ਰੈਸ਼ ਔਰ ਇਰਰਿਸਪੋਂਸੀਬਲ ਡਿਸੀਜ਼ਨ। ਤਾਂ ਇਹ ਫਿਰ ਜਦੋਂ ਇੰਨੀ ਜਿਹੜੀ ਡਿਲੇ ਆ ਇਹ ਡੈਮੋਕ੍ਰੇਸੀ ਦੇ ਵਿੱਚ ਹੁੰਦਾ ਕਿ ਡਿਲੇ ਹੁੰਦੀ ਆ, ਪਰ ਡਿਲੇ ਹੋਣ ਦਾ ਸਾਨੂੰ ਐਡਵਾਂਟੇਜ ਇਹ ਮਿਲਦਾ ਕਿ ਸਾਡੇ ਕੋਲ ਚਾਂਸਿਸ ਹੁੰਦੇ ਆ ਘੱਟ ਮਿਸਟੇਕ ਹੋਣ ਦੇ ਐਂਡ ਜਿਹੜੇ ਹੈਗੇ ਇਰਰਿਸਪੋਂਸੀਬਲ ਡਿਸੀਜ਼ਨ ਹੋਣ ਦੇ, ਗੈਰ ਜ਼ਿੰਮੇਵਾਰ ਜਿਹੜੇ ਹੈਗੇ ਡਿਸੀਜ਼ਨ ਨਾ ਹੋਣ ਦੇ ਚਾਂਸਿਸ ਘੱਟ ਹੁੰਦੇ। ਦਸ ਡੈਮੋਕ੍ਰੇਸੀ ਇੰਪਰੂਵ ਦਾ ਕੁਆਲਿਟੀ ਆਫ ਡਿਸੀਜ਼ਨ ਮੇਕਿੰਗ। ਸਾਡੇ ਕੋਲ ਉਹਦੇ ਫੇਵਰ ਵਿੱਚ ਇੱਕ ਹੋਰ ਨਵਾਂ ਜਿਹੜਾ ਹੈਗਾ ਪੁਆਇੰਟ ਸਾਹਮਣੇ ਆਇਆ ਕਿ ਡੈਮੋਕ੍ਰੇਸੀ ਇੰਪਰੂਵ ਕਰਦੀ ਆ ਡਿਸੀਜ਼ਨ ਮੇਕਿੰਗ ਦੀ ਕੁਆਲਿਟੀ ਨੂੰ, ਕਿ ਡਿਸੀਜ਼ਨ ਮੇਕਿੰਗ ਬਹੁਤ ਵਧੀਆ ਹੁੰਦੀ ਆ ਡੈਮੋਕ੍ਰੇਸੀ ਦੇ ਵਿੱਚ। ਦਿਸ ਇਜ਼ ਰਿਲੇਟਡ ਟੂ ਦਾ ਥਰਡ ਆਰਗੂਮੈਂਟ। ਹੁਣ ਥਰਡ ਆਰਗੂਮੈਂਟ ਦੀ ਗੱਲ ਕਰਦੇ ਹਾਂ। ਡੈਮੋਕ੍ਰੇਸੀ ਪ੍ਰੋਵਾਈਡਸ ਅ ਮੈਥਡ ਟੂ ਡੀਲ ਵਿਦ ਡਿਫਰੈਂਸਿਸ ਐਂਡ ਕਨਫਲਿਕਟ। ਹੁਣ ਇਹ ਜੀ ਡੈਮੋਕ੍ਰੇਸੀ ਦੇ ਵਿੱਚ ਹੀ ਹੋ ਸਕਦੀ ਹੈ ਕਿ ਮੈਥਡ ਆ ਇਹਦੇ ਡੈਮੋਕ੍ਰੇਸੀ ਦੇ ਵਿੱਚ ਕਿ ਬਹੁਤ ਜਿੰਨੀਆਂ ਵੀ ਭਿੰਨਤਾਵਾਂ ਡਿਫਰੈਂਸਿਸ ਪਾਏ ਜਾਂਦੇ ਆ, ਕਨਫਲਿਕਟਸ ਲੜਾਈ ਝਗੜੇ ਹੁੰਦੇ ਆ, ਉਹਨਾਂ ਨੂੰ ਸਾਰਿਆਂ ਨਾਲ ਨਿਪਟਾਰਾ ਕਰਨ ਦੀ ਸਮਰੱਥਾ ਵੀ ਡੈਮੋਕ੍ਰੇਸੀ ਦੇ ਵਿੱਚ ਹੀ ਹੁੰਦੀ ਹੈ। In many society, people are bound to have difference of opinion and interest. These differences are particularly sharp in a country like our which has an amazing social diversity. ਹੁਣ ਦੇਖੋ ਇੰਡੀਆ ਦੀ ਐਗਜ਼ਾਮਪਲ ਲੈ ਲਓ ਕਿ ਕਈ ਵਾਰੀ ਕਿਸੇ ਸਮਾਜ ਦੇ ਵਿੱਚ ਡਿਫਰੈਂਸਿਸ ਬਹੁਤ ਹੁੰਦੇ ਆ। ਸਾਡੇ ਪਹਿਲਾਂ ਤਾਂ ਬਹੁਤ ਸਾਰੇ ਰਿਲੀਜਨ ਆ, ਫਿਰ ਉਹਦੇ ਵਿੱਚ ਬਹੁਤ ਸਾਰੇ ਅੱਗੇ ਕਾਸਟ ਸਿਸਟਮ ਆ, ਅਤੇ ਇੱਕ ਸਾਡੇ ਕੋਲ ਅਸੀਂ ਲੈਂਗੁਏਜ ਦੇ ਆਧਾਰ 'ਤੇ ਵੰਡੇ ਹੋਏ ਹਾਂ। ਤਾਂ ਇੰਡੀਆ ਵਿੱਚ ਬਹੁਤ ਵੱਡੀ ਡਾਇਵਰਸਿਟੀ ਆ, ਅਮੇਜ਼ਿੰਗ ਸੋਸ਼ਲ ਡਾਇਵਰਸਿਟੀ। ਬਹੁਤ ਡਿਫਰੈਂਟ ਟਾਈਪ ਦੇ ਲੋਕ, ਕੋਈ ਰਿਲੀਜਨ ਕਿਸੇ ਦਾ ਡਿਫਰੈਂਟ ਆ, ਕਿਸੇ ਦੀ ਲੈਂਗੁਏਜ ਡਿਫਰੈਂਸ ਆ, ਤਾਂ ਬਹੁਤ ਤਰ੍ਹਾਂ ਦੇ ਲੋਕ ਰਹਿੰਦੇ ਆ। ਤਾਂ ਸੋ ਇਹਨਾਂ ਚੀਜ਼ਾਂ ਨੂੰ ਹੈਂਡਲ ਕਰਨਾ ਸਿਰਫ ਡੈਮੋਕ੍ਰੇਸੀ ਹੀ ਕਰ ਸਕਦੀ। ਪੀਪਲ ਬਿਲੋਂਗ ਟੂ ਡਿਫਰੈਂਟ ਰੀਜਨ ਹੁੰਦਾ ਏਰੀਆ, ਸਪੀਕ ਡਿਫਰੈਂਟ ਲੈਂਗੁਏਜ, ਵੱਖਰੀਆਂ ਭਾਸ਼ਾਵਾਂ ਬੋਲਦੇ ਆ, ਪ੍ਰੈਕਟਿਸ ਡਿਫਰੈਂਟ ਰਿਲੀਜਨ, ਅਤੇ ਉਹਨਾਂ ਦਾ ਧਰਮ ਵੱਖਰਾ, ਹੈਵ ਡਿਫਰੈਂਟ ਕਾਸਟ, ਉਹਨਾਂ ਦੀ ਕਾਸਟਾਂ, ਕਿੰਨਾ ਰਿਲੀਜੀਅਸ ਸਿਸਟਮ ਆ ਇੰਡੀਆ ਦੇ ਵਿੱਚ, ਫਿਰ ਵੀ ਉਹਨਾਂ ਨੂੰ ਡੀਲ ਕਰਦੇ। ਦੇ ਲੁਕਡ ਐਟ ਦਾ ਵਰਲਡ ਵੈਰੀ
डिफरेंटली एंड हैव डिफरेंट प्रैफरेंस, तो उन्होंने वक्रिया वक्रिया धारनावां हैगियां, उन्होंने वक्रे वक्रे विचार आ। द प्रैफरेंस ऑफ वन ग्रुप कैन क्लैश विद अदर ऑफ अदर ग्रुप्स, तो कई बार एक जिहड़ा हैगा ग्रुप का जिहड़ा हैगा क्लैश इंटरस्ट आ दूसरे नाल क्लैश कर सकदा ते लड़ाई झगड़े पैदा हो सकदे आ। हाउ डू वी रिजॉल्व सच कन्फ्लिक्ट, ते इहो ਜਿਹੇ झगड़े फिर किदां नजिठे जा सकते हैं, इन्हों सॉल्व किया जा सकता। द कन्फ्लिक्ट कैन बी सॉल्व बाय ब्रूचल पावर, कई बार उन्होंने ब्रूचल पावर नाल भी सॉल्व करना पैंदा। विच एवर ग्रुप इज़ मोर पावरफुल विल डिकटेट इट्स टर्म एंड अदर विल हैव टू एक्सैप्ट दैट, तो पर कई बार इहदा उल्ट भी निकलता है रिजल्ट कि जिहड़े पावरफुल ग्रुप आ उन्होंने डिकटेट करदा, दूसरे नूं चुप करना पैंदा। बट दैट वुड लीड टू ए रिसैटलमेंट एंड अनहैप्पीनैस, ये फिर की करता भी रीसैटलमेंट ते अनहैप्पीनैस नूं जन्म दिंदा। डिफरेंट ग्रुप मे नॉट बी एबल टू रिसेंटमेंट, स्टूडेंट यू विल फाइंड द वर्ड रिसेंटमेंट, डिफरेंट ग्रुप मे नॉट एबल टू लिव टुगैदर फॉर ए लॉन्ग इन सच वे, फिर कई बार होंदा कि डिफरेंट ग्रुप जिहड़े हैगे इस तरह इकट्ठे नहीं रह सकते। डेमोक्रेसी प्रोवाइड द ओनली पीसफुल सल्यूशन टू दिस प्रॉब्लम, पर डेमोक्रेसी ही है जिहड़ी एक पीसफुल सल्यूशन प्रोवाइड कराउंदी है किसी भी प्रॉब्लम लई। इन डेमोक्रेसी नो वन इज़ ए परमानेंट विनर, तो डेमोक्रेसी दे विच भी कोई भी परमानेंट विनर नहीं हुंदा गा। सरकार नूं डर हुंदा कि जे असीं एक एरिए दे लोकां दी नहीं सुणांगे तो दूसरे लोग नाराज़ हो जाणगे और आउण वाले टाइम ते उन्हां वोटां नाल ओह हार जाणगे। नो वन इज़ परमानेंट लूजर, तो कोई भी परमानेंट लूजर नहीं हुंदा गा। डिफरेंट ग्रुप कैन लिव विद वन अनदर पीसफुली, तो जिहड़े डिफरेंट ग्रुप आ ओह एक दूसरे नाल रह सकदे आ पीसफुली शांति नाल। इन ए डिवर्स कंट्री लाइक इंडिया डेमोक्रेसी कीप्स अवर कंट्री टुगैदर, तो साडी वर्गी जिथे बहुत कंट्री जिथे बहुत सारी डाइवर्सिटी आ, भिन्न भिन्न तरह के लोग रहिंदे आ, उत्थे डेमोक्रेसी सानूं इकट्ठियां रख सकदी है। These three arguments were about the effect of democracy on the quality of government and social life. But the strongest argument for democracy is not about what democracy does the government, it is about what democracy does the citizen. Even if democracy does not bring about better decision and accountable government, it is still better than other form of government. ਭਾਵੇਂ ਕਿ ਜਿਹੜੇ ਹੈਗੇ ਆ ਡੈਮੋਕ੍ਰੇਸੀ ਬੈਟਰ ਡਿਸੀਜ਼ਨ ਨਹੀਂ ਲੈ ਕੇ ਆਉਂਦੀ ਜਾਂ ਅਕਾਊਂਟੇਬਲ ਨਹੀਂ, ਬਟ ਫਿਰ ਵੀ ਦੂਸਰੀ ਸਰਕਾਰਾਂ ਨਾਲੋਂ ਵਧੀਆ। ਡੈਮੋਕ੍ਰੇਸੀ ਇਨਹਾਂਸ ਦਾ ਡਿਗਨਿਟੀ ਆਫ ਸਿਟੀਜ਼ਨ, ਕਿਉਂਕਿ ਡੈਮੋਕ੍ਰੇਸੀ ਜਿਹੜੇ ਸਿਟੀਜ਼ਨ ਦੀ ਜਿਹੜੀ ਹੈਗੀ ਆ ਡਿਗਨਿਟੀ ਨੂੰ ਵਧਾਉਂਦੀ ਆ। ਜਿੱਥੇ ਡਿਕਟੇਟਰਸ਼ਿਪ ਆ ਉੱਥੇ ਜਿਹੜੇ ਹੈਗੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੁੰਦੀ ਆ, ਜਾਂ ਜਿੱਥੇ ਮੋਨਾਰਕ ਆ ਜਾਂ ਫਿਰ ਉੱਥੇ ਕੋਈ ਵੀ ਇੱਦਾਂ ਦਾ ਸਿਸਟਮ ਹੈਗਾ, ਜਾਂ ਫਿਰ ਹੈਰੀਡਿਟਰੀ ਮੋਨਾਰਕ ਆ ਜਾਂ ਡਿਕਟੇਟਰਸ਼ਿਪ ਆ, ਉੱਥੇ ਹਮੇਸ਼ਾ ਜਿਹੜੇ ਸਿਟੀਜ਼ਨ ਦੇ ਰਾਈਟ ਨੂੰ ਦੀ ਵਾਇਲੇਸ਼ਨ ਕੀਤੀ ਜਾਂਦੀ ਹੈ ਐਂਡ ਉੱਥੇ ਉਨੇ ਵਧੀਆ ਜਿਹੜੇ ਹੈਗੇ ਆ ਉਹਨਾਂ ਦਾ ਰਿਸਪੈਕਟ ਨਹੀਂ ਹੁੰਦੀ। ਤੁਸੀਂ ਅਰੇਬੀਅਨ ਕੰਟਰੀਆਂ ਦੇ ਵਿੱਚ ਦੀ ਐਗਜ਼ਾਮਪਲ ਚੰਗੀ ਤਰ੍ਹਾਂ ਦੇਖ ਸਕਦੇ ਹੋ। ਡੈਮੋਕ੍ਰੇਸੀ ਇਨਹਾਂਸ ਦਾ ਡਿਗਨਿਟੀ ਆਫ ਸਿਟੀਜ਼ਨ, ਤਾਂ ਉਹਨਾਂ ਦੀ ਜਿਹੜੀ ਡਿਗਨਿਟੀ ਆ ਸਿਟੀਜ਼ਨ ਦੀ ਉਹਨਾਂ ਨੂੰ ਇਨਹਾਂਸ ਕਰਦੀ ਆ ਸਿਰਫ ਅਤੇ ਸਿਰਫ ਡੈਮੋਕ੍ਰੇਸੀ। ਐਜ਼ ਵੀ ਡਿਸਕਸ ਅਬਾਊਟ ਡੈਮੋਕ੍ਰੇਸੀ ਇਜ਼ ਬੇਸਡ ਔਨ ਪ੍ਰਿੰਸੀਪਲ ਆਫ ਪੋਲੀਟੀਕਲ ਇਕੁਐਲਿਟੀ, तो जिवें ਆਪਾਂ ਉੱਪਰ पढ़िया कि डेमोक्रेसी काहदे उपर बेस ਹੁੰਦੀ ਹੈ, पोलीटिकल इक्वैलिटी, सारे लोगों ਨੂੰ ਇੱਕੋ ਜਿਹੇ ਅਧਿਕਾਰ ਮਿਲਣ। ऑन रिकोगनाइज दैट the poorest and least educated has the same status as the rich ਐਂਡ ਦਾ ਐਜੂਕੇਟਡ, ਤੇ ਇਹਦੇ ਵਿੱਚ ਡੈਮੋਕ੍ਰੇਸੀ ਵਿੱਚ ਸਾਰੇ ਲੋਕ ਬਰਾਬਰ ਹੁੰਦੇ, ਚਾਹੇ ਅਮੀਰ ਹੈ ਚਾਹੇ ਗਰੀਬ ਹੈ, ਚਾਹੇ ਐਜੂਕੇਟਡ ਹੈ ਚਾਹੇ ਅਨਐਜੂਕੇਟਡ ਹੈ, ਸਾਰਿਆਂ ਦਾ ਸਟੇਟਸ ਬਰਾਬਰ ਹੁੰਦਾ। ਉਹ ਇੱਕ ਸਿਟੀਜ਼ਨ ਆਫ ਇੰਡੀਆ ਤਾਂ ਉਹ ਇੰਡੀਆ ਹੀ ਰਹਿਣਗੇ। ਪੀਪਲ ਆਰ ਨਾਟ ਸਬਜੈਕਟ ਆਫ ਰੂਲਰ, ਦੇ ਆਰ ਦਾ ਰੂਲਰ ਦੈਮਸੈਲਫ, ਈਵਨ ਵੈਨ ਦੇ ਮੇਕ ਮਿਸਟੇਕ ਦੇ ਆਰ ਰਿਸਪੋਂਸੀਬਲ ਫਾਰ ਦੇਅਰ ਕੰਡਕਟ। ਤੇ ਹੁਣ ਦੇਖੋ ਡੈਮੋਕ੍ਰੇਸੀ ਵਿੱਚ ਹੁਣ ਕੋਈ ਵੀ ਰੂਲਰ ਨਹੀਂ, ਲੋਕ ਰੂਲਰ ਆ, ਅਤੇ ਜੇ ਲੋਕ ਕਿਸੇ ਨੂੰ ਆਪਣੀ ਗਲਤ ਵੋਟ ਦੇ ਕੇ ਕਿਸੇ ਬੰਦੇ ਨੂੰ ਚੁਣਦੇ ਆ ਤਾਂ ਉਹਦੇ ਲਈ ਉਹ ਰਿਸਪੋਂਸੀਬਲ ਵੀ ਖੁਦ ਆ। ਇਸ ਕਰਕੇ ਆਪਣੀ ਵੋਟ ਨੂੰ ਕਿਸੇ ਚੰਗੇ ਲੀਡਰ ਨੂੰ ਹੀ ਪਾਓ, ਅਤੇ ਕਿਉਂਕਿ ਅਸੀਂ ਹੀ ਇਸੇ ਗੱਲ ਲਈ ਰਿਸਪੋਂਸੀਬਲ ਹੁੰਦੇ ਹਾਂ ਕਿ ਅਸੀਂ ਕਿਹੜੀ ਸਰਕਾਰ ਨੂੰ ਚੁਣਿਆ ਜਾਂ ਕਿਸ ਲੀਡਰ ਨੂੰ ਚੁਣਿਆ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਪੀਪਲ ਹੀ
ਖੁਦ ਇੱਕ ਲੀਡਰ ਹਨ ਕਿਉਂਕਿ ਉਹ ਵੋਟ ਕਰਦੇ ਹਨ, ਆਪਣਾ ਰਿਪਰੈਜ਼ੈਂਟੇਟਿਵ ਉਹ ਆਪ ਚੁਣਦੇ ਹਨ। The democracy is the best form of government among the world, and India is also a big example of democracy in the world। ਅੱਜ ਲਈ ਸਟੂਡੈਂਟ ਇੰਨਾ ਹੀ। ਨੈਕਸਟ ਵੀਡੀਓ 'ਚ ਮਿਲਦੇ ਹਾਂ ਤੁਹਾਨੂੰ ਅਗਲੇ ਪੁਆਇੰਟ ਲੈ ਕੇ। ਕੀਪ ਵਾਚਿੰਗ EH ਮੋਗਾ। ਥੈਂਕ ਯੂ ਵੈਰੀ ਮੱਚ। ਜੇ ਤੁਹਾਡੀ ਕੋਈ ਕਿਊਰੀ ਹੋਵੇ ਬੱਚੇ, ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ। ਨੈਕਸਟ ਵੀਡੀਓ ਵਿੱਚ ਤੁਹਾਡੀ ਜਿਹੜੀ ਕਿਊਰੀ ਆ ਉਹਨੂੰ ਡਿਸਕਸ ਕੀਤਾ ਜਾਵੇਗਾ। ਥੈਂਕ ਯੂ ਵੈਰੀ ਮੱਚ। ਕੀਪ ਵਾਚਿੰਗ EH ਮੋਗਾ।